ਹੈਲੋ ਸਟੂਡੈਂਟਸ, YouTube ਚੈਨਲ ਲਰਨਰਸ ਬੂਹਾ 'ਤੇ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ। ਬੇਟਾ ਆਈ ਹੋਪ ਤੁਸੀਂ ਯੂਨਿਟ 1 ਕੰਪਲੀਟ ਕਰ ਲਿਆ ਹੋਵੇਗਾ। ਯੂਨਿਟ 1 ਜੋ ਬੇਟਾ ਰੀਪਰੋਡਕਸ਼ਨ ਨਾਲ ਰਿਲੇਟਡ ਸੀ, ਇਸ ਦੇ ਵਿੱਚ ਅਸੀਂ ਰੀਪਰੋਡਕਸ਼ਨ ਇਨ ਪਲਾਂਟਸ ਚੈਪਟਰ 3 ਦੇ ਵਿੱਚ ਹਿਊਮਨ ਰੀਪਰੋਡਕਸ਼ਨ ਸਟੱਡੀ ਕੀਤਾ ਹੈ। ਸੋ ਜੋ YouTube 'ਤੇ ਬੇਟਾ ਮੈਂ ਤੁਹਾਨੂੰ ਲਾਸਟ ਲੈਕਚਰ ਦਿੱਤਾ ਸੀ, ਉਸ ਲੈਕਚਰ ਦੇ ਵਿੱਚ ਅਸੀਂ ਚੈਪਟਰ 3 ਦੇ ਕੁਝ ਮਲਟੀਪਲ ਚੋਇਸ ਕੁਐਸਚਨਸ ਡਿਸਕਸ ਕੀਤੇ ਸੀ। ਉਸੇ ਸੀਰੀਜ਼ ਦੇ ਅੰਡਰ ਬੇਟਾ ਅੱਜ ਅਸੀਂ ਰੀਪਰੋਡਕਟਿਵ ਹੈਲਥ ਚੈਪਟਰ 4 ਦੇ ਕੁਝ ਮਲਟੀਪਲ ਚੋਇਸ ਕੁਐਸਚਨਸ ਡਿਸਕਸ ਕਰਾਂਗੇ। ਇਹਨਾਂ ਕੁਐਸਚਨਸ ਨੂੰ ਡਿਸਕਸ ਕਰਨ ਦਾ ਮਤਲਬ ਸਿਰਫ ਜਿਹੜੇ ਮੈਂ ਕੁਐਸਚਨਸ ਕਰਵਾਉਂਗਾ ਉਹਨਾਂ ਕੁਐਸਚਨਸ ਨੂੰ ਕਰਨਾ ਨਹੀਂ ਹੈ, ਬਟ ਉਹਦੇ ਨਾਲ ਨਾਲ ਅਸੀਂ ਇਸ ਚੈਪਟਰ ਦੇ ਕੁਝ ਕੁ ਬੇਸਿਕ ਕਨਸੈਪਟਸ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਚੈਪਟਰ ਨੂੰ ਰਿਵਾਈਜ਼ ਵੀ ਕਰਾਂਗੇ ਇਹਨਾਂ ਕੁਐਸਚਨਸ ਨੂੰ ਕਰਦੇ ਕਰਦੇ। ਸੋ ਲੈਟਸ ਸਟਾਰਟ ਟੂਡੇਜ਼ ਲੈਕਚਰ ਵਿਦ ਕੁਐਸਚਨ ਨੰਬਰ 1। ਬੇਟਾ ਸਿਸਟਮ ਉਹੀ ਹੋਏਗਾ, ਮੈਂ ਤੁਹਾਡੇ ਕੋਲ ਇੱਕ ਕੁਐਸਚਨ ਦੇਵਾਂਗਾ, ਸਕਰੀਨ ਦੇ ਉੱਤੇ ਕੁਐਸਚਨ ਆਏਗਾ, ਤੁਸੀਂ ਕੁਐਸਚਨ ਨੂੰ ਪੜ੍ਹੋਗੇ, ਮੈਂ ਉਹਦੀ ਸਟੇਟਮੈਂਟ ਵੀ ਸਮਝਾਊਂਗਾ ਤੁਹਾਨੂੰ, ਐਂਡ ਆਫਟਰ ਦੈਟ ਆਈ ਵਿਲ ਗਿਵ ਯੂ 10 seconds, and in those 10 seconds you have to think upon all the 4 options and you have to find out the right option, and after that ਬੇਟਾ ਮੈਂ ਤੁਹਾਡੇ ਨਾਲ ਪੂਰਾ ਕੁਐਸਚਨ ਡਿਸਕਸ ਕਰਾਂਗਾ and then I will tell you the correct answer of that question. So let's start with question number 1. So beta, this is the first question. The method of directly injecting a sperm into ovum is assisted by reproductive technology called. Beta ਇੱਥੇ 4 reproductive technologies ਦਾ ਨਾਮ ਦਿੱਤਾ ਗਿਆ ਹੈ। Option A is GIFT, then ZIFT, then ICSI and then ET. ਬੇਟਾ ਇਹਨਾਂ ਚਾਰੋਂ reproductive technologies ਦੇ ਵਿੱਚੋਂ ਤੁਸੀਂ ਇਹ ਦੱਸਣਾ ਹੈ ਕਿ ਕਿਹੜੀ reproductive technology ਦੇ ਵਿੱਚ ਸਪਰਮ ਨੂੰ ਡਾਇਰੈਕਟਲੀ ਓਵਮ ਦੇ ਵਿੱਚ ਇੰਜੈਕਟ ਕਰ ਦਿੱਤਾ ਜਾਂਦਾ ਹੈ। ਐਂਡ ਯੂਰ ਟਾਈਮ ਸਟਾਰਟਸ ਨਾਓ। ਬਟ ਆਈ ਹੋਪ ਕਿ ਤੁਸੀਂ ਕਰੈਕਟ ਆਨਸਰ ਫਾਈਂਡ ਆਊਟ ਕਰ ਲਿਆ ਹੋਵੇਗਾ, ਬਟ ਉਸ ਆਨਸਰ 'ਤੇ ਪਹੁੰਚਣ ਤੋਂ ਪਹਿਲਾਂ ਲੈਟਸ ਡਿਸਕਸ ਦਿਸ ਕੁਐਸਚਨ। ਸੋ ਬੇਟਾ ਇੱਥੇ 4 ਟੈਕਨੀਕਸ ਡਿਸਕਸ ਕੀਤੀਆਂ ਗਈਆਂ। ਇਹ ਬੇਟਾ ਟੌਪਿਕ ਹੀ ਹੈ, ਸਾਡੇ ਕੋਲ ਟੌਪਿਕ ਇਹ ਹੈ ਕਿ ਕੁਛ ਕੁ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀਜ਼ ਹੁੰਦੀਆਂ, ARTs ਹੁੰਦੀਆਂ ਨੇ। ਇਹ ਬੇਟਾ ਟੈਕਨੋਲੋਜੀਜ਼ ਉਹਨਾਂ ਕਪਲ ਦੇ ਕੰਮ ਦੇ ਲਈ ਹੁੰਦੀਆਂ ਨੇ ਜਿਹੜੇ ਕਪਲਸ ਨੋਰਮਲ ਵੇ ਦੇ ਨਾਲ, ਨੈਚੁਰਲ ਵੇ ਦੇ ਨਾਲ ਕਨਸੀਵ ਨਹੀਂ ਕਰ ਪਾਉਂਦੇ, ਯੰਗ ਵਨ ਨੂੰ ਪੈਦਾ ਨਹੀਂ ਕਰ ਸਕਦੇ ਬੇਟਾ। ਸੋ ਉਹਦੇ ਵਿੱਚ ਜਿਹੜੀਆਂ ਆਪਣੇ ਕੋਲ ਟੈਕਨੀਕਸ ਯੂਜ਼ ਕੀਤੀਆਂ ਜਾਂਦੀਆਂ ਨੇ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀਜ਼, ਉਹਨਾਂ ਟੈਕਨੀਕਸ ਦਾ ਬੇਟਾ ਇੱਥੇ ਡਿਸਕਸ਼ਨ ਕੀਤਾ ਗਿਆ। ਇਸ ਦੇ ਵਿੱਚ ਬੇਟਾ ਸਭ ਤੋਂ ਪਹਿਲੀ ਟੈਕਨੀਕ ਹੈ GIFT। GIFT ਦਾ ਮਤਲਬ ਹੈ ਗੈਮੀਟ ਇੰਟਰਾਫੈਲੋਪੀਅਨ ਟਰਾਂਸਫਰ। ਸੋ ਐਜ਼ ਇਟ ਇਜ਼ ਵੈਰੀ ਕਲੀਅਰ ਫਰੋਮ ਦਾ ਨੇਮ ਕਿ ਇਹਦੇ ਵਿੱਚ ਜਿਹੜਾ ਆਪਣੇ ਕੋਲ ਟਰਾਂਸਫਰ ਕੀਤਾ ਜਾਂਦਾ ਗੈਮੀਟ ਦਾ, ਕਿੱਥੇ ਕੀਤਾ ਜਾਂਦਾ ਹੈ? ਇਨਟੂ ਫੈਲੋਪੀਅਨ ਟਿਊਬ। ਮਤਲਬ ਕਿ ਸਾਡੇ ਕੋਲ ਇੱਕ ਇਸ ਤਰ੍ਹਾਂ ਦੀ ਫੀਮੇਲ ਹੈ, ਉਹਦੀ ਪ੍ਰੋਬਲਮ ਇਹ ਹੈ ਕਿ ਸ਼ੀ ਇਜ਼ ਅਨਏਬਲ ਟੂ ਪ੍ਰੋਡਿਊਸ ਓਵਮ, but she can provide suitable environment for fertilization as well as for further development of embryo. So ਉਸ ਦੇ ਵਿੱਚ ਬੇਟਾ ਇੰਪਲਾਂਟੇਸ਼ਨ ਦੀ ਕੋਈ ਪ੍ਰੋਬਲਮ ਨਹੀਂ ਹੈ, ਪ੍ਰੋਬਲਮ ਸਿਰਫ ਇਹ ਹੈ ਕਿ ਉਹ ਓਵਮ ਪ੍ਰੋਡਿਊਸ ਨਹੀਂ ਕਰ ਸਕਦੀ। ਤਾਂ ਇਹੋ ਜਿਹੇ ਕੇਸ ਦੇ ਵਿੱਚ ਬੇਟਾ ਕੀ ਕੀਤਾ ਜਾਂਦਾ ਹੈ? ਜਾਇਗੋਟ ਮੀਨਸ ਟੂ ਸੇ ਓਵਮ ਕਿਸੇ ਡੋਨਰ ਤੋਂ ਲੈ ਲਿਆ ਜਾਂਦਾ ਹੈ ਅਤੇ ਉਸ ਓਵਮ ਨੂੰ ਟਰਾਂਸਫਰ ਕਰ ਦਿੱਤਾ ਜਾਂਦਾ ਹੈ ਇਨਟੂ ਫੈਲੋਪੀਅਨ ਟਿਊਬ। As we know, fallopian tube is the site of fertilization. ਸੋ ਜਿਹੜੇ ਸਪਰਮਸ ਨੇ ਆਫਟਰ ਕਪੂਲੇਸ਼ਨ ਨਾਰਮਲ ਵੇ ਦੇ ਨਾਲ ਟਰੈਵਲ ਕਰਕੇ ਇੱਥੇ ਫੈਲੋਪੀਅਨ ਟਿਊਬ ਦੇ ਵਿੱਚ ਪਹੁੰਚਣਗੇ, ਐਂਡ ਇਨ ਫੈਲੋਪੀਅਨ ਟਿਊਬ ਵੀ ਹੈਵ ਆਲਰੇਡੀ ਟਰਾਂਸਫਰਡ ਓਵਮ। ਸੋ ਇੱਥੇ ਬੇਟਾ ਨਾਰਮਲ ਵੇ ਦੇ ਵਿੱਚ ਫਰਟੀਲਾਈਜੇਸ਼ਨ ਹੋਏਗੀ ਐਂਡ ਦੈਨ ਇੰਪਲਾਂਟੇਸ਼ਨ ਹੋਏਗੀ। ਸੋ ਬੇਟਾ ਇਸ ਤਰੀਕੇ ਨਾਲ ਇਹ ਰੀਪਰੋਡਕਟਿਵ ਟੈਕਨੀਕ ਇਹੋ ਜਿਹੀਆਂ ਫੀਮੇਲ ਦੇ ਕੰਮ ਦੇ ਲਈ ਆਉਂਦੀ ਹੈ ਜਿਹੜੇ ਨਾਰਮਲੀ ਓਵਾ ਪ੍ਰੋਡਿਊਸ ਨਹੀਂ ਕਰ ਪਾਉਂਦੇ। ਐਂਡ ਦੈਨ ਨੈਕਸਟ ਇਜ਼ ZIFT. ZIFT is zygote intrafallopian transfer. As it is very clear from name, GIFT ਦੇ ਵਿੱਚ ਅਸੀਂ ਗੈਮੀਟ ਟਰਾਂਸਫਰ ਕੀਤਾ ਹੈ, ਸੋ ਇੱਥੇ ਅਸੀਂ ਜਾਇਗੋਟ ਟਰਾਂਸਫਰ ਕਰਾਂਗੇ। ਬਟ ਜਾਇਗੋਟ ਦਾ ਸੋਰਸ ਕੀ ਹੋਏਗਾ? ਜਾਇਗੋਟ ਕਿੱਥੋਂ ਆਏਗਾ? ਤਾਂ ਬੇਟਾ ਇਸ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਜੋ ਹੈਗਾ ਟੈਸਟ ਟਿਊਬ ਬੇਬੀ ਪ੍ਰੋਗਰਾਮ ਨੂੰ ਸਮਝੋ। ਟੈਸਟ ਟਿਊਬ ਬੇਬੀ ਪ੍ਰੋਗਰਾਮ ਦੇ ਵਿੱਚ ਕੀ ਹੁੰਦਾ ਹੈ? ਸਭ ਤੋਂ ਪਹਿਲਾਂ IVF ਕੀਤਾ ਜਾਂਦਾ ਹੈ। IVF ਦਾ ਮਤਲਬ ਇਨ ਵਿਟਰੋ ਫਰਟੀਲਾਈਜੇਸ਼ਨ ਕੀਤਾ ਜਾਂਦਾ ਹੈ। ਇਨ ਵਿਟਰੋ ਫਰਟੀਲਾਈਜੇਸ਼ਨ ਦੇ ਵਿੱਚ ਇੱਕ ਸਪਰਮ ਲੈ ਲਿਆ ਜਾਂਦਾ ਹੈ ਮੇਲ ਦਾ ਅਤੇ ਓਵਮ ਫੀਮੇਲ ਤੋਂ ਲੈ ਲਿਆ ਜਾਂਦਾ ਹੈ। ਬੇਟਾ ਇਹੋ ਜਿਹੇ ਕੇਸਿਸ ਹੁੰਦੇ ਆ ਜਿਸ ਕੇਸ ਦੇ ਵਿੱਚ ਜਿਹੜੀ ਪ੍ਰੋਪਰ ਫਰਟੀਲਾਈਜੇਸ਼ਨ ਨਹੀਂ ਹੋ ਸਕਦੀ
ਤਾਂ ਉੱਥੇ ਜਿਹੜਾ ਫਰਟੀਲਾਈਜੇਸ਼ਨ ਐਕਸਟਰਨਲ ਐਨਵਾਇਰਨਮੈਂਟ ਦੇ ਵਿੱਚ ਪ੍ਰੋਵਾਈਡ ਕਰ ਲਿਆ ਜਾਂਦਾ ਹੈ। ਇਨ ਵਿਟਰੋ ਫਰਟੀਲਾਈਜੇਸ਼ਨ ਮਤਲਬ ਕਿ ਇਨ ਗਲਾਸ ਆਪਰੇਟਸ ਅੰਡਰ ਸੂਟੇਬਲ ਕੰਡੀਸ਼ਨਸ ਫਰਟੀਲਾਈਜੇਸ਼ਨ ਕਰਵਾਈ ਜਾਂਦੀ ਹੈ। ਐਂਡ ਆਫਟਰ ਫਰਟੀਲਾਈਜੇਸ਼ਨ ਜਾਇਗੋਟ ਬਣ ਜਾਂਦਾ ਹੈ। ਜਦੋਂ ਬੇਟਾ ਇੱਕ ਵਾਰ ਜਾਇਗੋਟ ਬਣ ਗਿਆ ਤਾਂ ਇਸ ਤੋਂ ਬਾਅਦ ਦੂਸਰਾ ਕੰਮ ਸਟਾਰਟ ਹੋਣਾ ਈਟੀ। ਈਟੀ ਮਤਲਬ ਕਿ ਐਮਬ੍ਰਿਓ ਟ੍ਰਾਂਸਫਰ। ਤਾਂ ਜਿਹੜਾ ਬੇਟਾ ਐਮਬ੍ਰਿਓ ਟ੍ਰਾਂਸਫਰ ਕਰਨਾ ਹੈ ਇਸ ਦੇ ਸਾਡੇ ਕੋਲ ਦੋ ਮੈਥਡਸ ਹੋ ਸਕਦੇ ਆ। ਇੱਕ ਮੈਥਡ ਤਾਂ ਹੈ ZIFT, ਇੱਕ ਹੈ IUT। ZIFT ਮੀਨਸ ਜਾਇਗੋਟ ਇੰਟਰਾਫੈਲੋਪੀਅਨ ਟ੍ਰਾਂਸਫਰ, ਮਤਲਬ ਕਿ ਜਿਹੜਾ ਇੱਥੇ ਜਾਇਗੋਟ ਬਣਿਆ ਸੀ ਉਸ ਜਾਇਗੋਟ ਨੂੰ ਬੇਟਾ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈ ਇਨਟੂ ਫੈਲੋਪੀਅਨ ਟਿਊਬ। ਦੂਸਰਾ ਕੀ ਹੈ ਕਿ ਉਸ ਜਾਇਗੋਟ ਦੀ ਬਾਹਰ ਕਲੀਵੇਜ ਹੁੰਦੀ ਹੈ। ਕਲੀਵੇਜ ਤੋਂ ਬਾਅਦ 'ਚ ਜਦੋਂ ਬੇਟਾ ਉਹ ਲਗਭਗ 8 ਬਲਾਸਟੋਮੀਅਰਸ ਦੀ ਸਟੇਜ 'ਤੇ ਪਹੁੰਚ ਜਾਂਦਾ ਹੈ, ਨਾਓ ਦਿਸ ਇਜ਼ ਟ੍ਰਾਂਸਫਰਡ ਇਨਟੂ ਯੂਟਰਸ। ਦਿਸ ਇਜ਼ ਕਾਲਡ IUT ਔਰ ਇੰਟਰਾ ਯੂਟਰਨ ਟ੍ਰਾਂਸਫਰ। ਕਿਉਂਕਿ ਜਦੋਂ ਬੇਟਾ ਕਲੀਵੇਜ ਆਲਰੇਡੀ ਹੋ ਚੁੱਕੀ ਹੈ ਤਾਂ ਇੰਪਲਾਂਟੇਸ਼ਨ ਹੋਣੀ ਹੈ, ਇੰਪਲਾਂਟੇਸ਼ਨ ਦਾ ਯੂਟਰਸ 'ਚ ਹੋਣੀ ਹੈ। ਦੈਟਸ ਵਾਈ ਇਸ ਨੂੰ ਹੁਣ ਫੈਲੋਪੀਅਨ ਟਿਊਬ ਦੇ ਵਿੱਚ ਟ੍ਰਾਂਸਫਰ ਨਹੀਂ ਕਰ ਸਕਦੇ, ਕਿਉਂਕਿ ਫੈਲੋਪੀਅਨ ਟਿਊਬ ਦੇ ਵਿੱਚ ਜਾਇਗੋਟ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਸੀ। ਜਾਇਗੋਟ ਤੋਂ ਉਸਨੇ ਨਾਰਮਲੀ ਮੂਵ ਕਰ ਜਾਣਾ ਸੀ ਅਤੇ ਉਸਨੇ ਬੇਟਾ ਯੂਟਰਸ ਦੇ ਵਿੱਚ ਜਾ ਕੇ ਇੰਪਲਾਂਟ ਕਰ ਲੈਣਾ ਸੀ। ਬਟ ਜੇ ਅਸੀਂ 8 ਸੈਲਡ ਸਟੇਜ 'ਤੇ ਟ੍ਰਾਂਸਫਰ ਕਰਦੇ ਹਾਂ ਦੈਟ ਇਜ਼ ਕਾਲਡ IUT। ਸੋ ਬੇਟਾ ਇਸ ਤੋਂ ਨੈਕਸਟ ਸਟੇਜ ਦੇ ਵਿੱਚ ਹੈ ICSI। ICSI ਦਾ ਮਤਲਬ ਹੁੰਦਾ ਹੈ ਇੰਟਰਾ ਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ। ਸੋ ਇਨ ਦਿਸ ਕੇਸ ਸਪਰਮ ਇਜ਼ ਡਾਇਰੈਕਟਲੀ ਇੰਜੈਕਟਡ ਇਨਟੂ ਓਵਮ। ਸੋ ਜਦੋਂ ਓਵਮ ਦੇ ਵਿੱਚ ਡਾਇਰੈਕਟਲੀ ਸਪਰਮ ਇੰਜੈਕਟ ਕਰ ਦਿੰਦੇ ਦੈਨ ਦਿਸ ਇਜ਼ ਕਾਲਡ ICSI। ਸੋ ਬੇਟਾ ਜਿਹੜਾ ਸਾਡਾ ਕੁਐਸਚਨ ਸੀ, ਇਹ ਕੁਐਸਚਨ ਇਹੀ ਸੀ, the method of directly injecting the sperm into ovum. So beta answer to this question is option C। ਜਿਹੜਾ ਬੇਟਾ ਆਪਸ਼ਨ ਸੀ ਹੈ ICSI ਇੰਟਰਾਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ, ਇਹ ਬੇਟਾ ਇਸ ਦਾ ਕਰੈਕਟ ਆਨਸਰ ਹੈ। And now coming to question number 2, increased IMR and decreased MMR in a population will। increased IMR ਦਾ ਮਤਲਬ infant mortality rate, decreased MMR ਮਤਲਬ ਕਿ mother mortality rate। ਜੇ ਬੇਟਾ ਇਹ ਹੋ ਜਾਂਦਾ ਹੈ then what will happen? This will cause a rapid increase in growth rate. This results in decline in growth rate. It will not cause any significant change in the growth rate and it will result in explosive population। ਸੋ ਬੇਟਾ ਇਹਦੇ ਵਿੱਚੋਂ ਚਾਰੋਂ ਆਪਸ਼ਨਸ ਦੇ ਵਿੱਚੋਂ ਤੁਸੀਂ ਕਰੈਕਟ ਆਪਸ਼ਨ ਫਾਈਂਡ ਆਊਟ ਕਰਨਾ ਹੈ। ਥਿੰਕਿੰਗ ਲੈਵਲ ਦਾ ਕੁਐਸਚਨ ਹੈ ਬੇਟਾ, ਜੇ ਤੁਸੀਂ ਇਸ ਨੂੰ ਧਿਆਨ ਨਾਲ ਸੋਚੋ ਤਾਂ ਤੁਸੀਂ ਆਨਸਰ 'ਤੇ ਪਹੁੰਚ ਸਕਦੇ ਹੋ। ਐਂਡ ਯੂਰ ਟਾਈਮ ਫॉर ਦਿਸ ਕੁਐਸਚਨ ਸਟਾਰਟਸ ਨਾਓ। ਹਾਂਜੀ ਬੇਟਾ, ਸੋ ਇਸ ਦੇ ਆਨਸਰ ਨੂੰ ਦੱਸਣ ਤੋਂ ਪਹਿਲਾਂ ਆਪਾਂ ਡਿਸਕਸ਼ਨ ਕਰਦੇ ਹਾਂ ਕਿ ਕੀ ਲਿਖਿਆ ਹੋਇਆ ਹੈ। ਦੇਖੋ, ਇਨਕਰੀਜ਼ਡ IMR ਮਤਲਬ ਕਿ ਇਨਫੈਂਟ ਮਾਰਟੈਲਿਟੀ ਰੇਟ ਜੇ ਵੱਧ ਜਾਂਦਾ ਹੈ, ਕਹਿਣ ਦਾ ਮਤਲਬ ਬੱਚੇ ਦਾ ਜਿਵੇਂ ਹੀ ਬਰਥ ਹੁੰਦਾ ਹੈ, ਬਰਥ ਹੋਣ ਤੋਂ ਬਾਅਦ ਦੇ ਵਿੱਚ ਉਸ ਦੀ ਜੇ ਡੈਥ ਹੋ ਜਾਂਦੀ ਹੈ, ਇਨਫੈਂਟ ਮਾਰਟੈਲਿਟੀ ਰੇਟ ਜੇ ਵੱਧ ਜਾਂਦਾ ਹੈ ਤਾਂ ਉਸ ਦੇ ਨਾਲ ਪਾਪੂਲੇਸ਼ਨ ਕੀ ਹੋਏਗੀ ਬੇਟਾ? ਪਹਿਲੇ ਫੈਕਟਰ ਦੇ ਨਾਲ ਪਾਪੂਲੇਸ਼ਨ ਡਿਕਰੀਜ਼ ਹੋਣ ਵਾਲੀ ਹੈ। ਦੂਸਰਾ ਹੈ ਡਿਕਰੀਜ਼ਡ MMR। ਡਿਕਰੀਜ਼ਡ MMR ਦਾ ਮਤਲਬ ਕੀ ਹੈ ਬੇਟਾ ਕਿ ਜੇ ਮਦਰ ਮਾਰਟੈਲਿਟੀ ਰੇਟ ਜਿਹੜਾ ਹੈਗਾ ਉਹ ਘਟ ਜਾਂਦਾ ਹੈ। ਨਾਰਮਲੀ ਕੀ ਸੀ, ਪਹਿਲਾਂ ਜਿਹੜਾ ਹੈਗਾ ਮਦਰ ਮਾਰਟੈਲਿਟੀ ਰੇਟ ਬਹੁਤ ਜ਼ਿਆਦਾ ਸੀ, ਬੱਚੇ ਦੇ ਜਨਮ ਹੋਣ ਤੋਂ ਬਾਅਦ 'ਚ ਮਦਰ ਦੀ ਡੈਥ ਹੋ ਜਾਂਦੀ ਸੀ। ਤਾਂ ਜਦੋਂ ਮਦਰ ਮਾਰਟੈਲਿਟੀ ਰੇਟ ਜ਼ਿਆਦਾ ਸੀ ਤਾਂ ਉਸ ਦੇ ਜ਼ਿਆਦਾ ਹੋਣ ਦੇ ਨਾਲ ਪਾਪੂਲੇਸ਼ਨ ਜਿਹੜੀ ਹੈਗੀ ਆ ਉਹ ਘਟ ਜਾਂਦੀ ਸੀ। ਬਟ ਹੁਣ ਕਿਉਂਕਿ ਅਸੀਂ ਉਸ ਦੇ ਉੱਤੇ ਕੰਟਰੋਲ ਕਰ ਚੁੱਕੇ ਹਾਂ, ਸਾਡੇ ਕੋਲ ਇਸ ਤਰ੍ਹਾਂ ਦੀ ਜਿਹੜੀ ਹੈਗੀ ਉਹ ਟੈਕਨੀਕਸ ਆ ਚੁੱਕੀਆਂ ਨੇ, ਅਸੀਂ ਜਿਹੜੇ ਸਾਡੇ ਹੈਲਥ ਪ੍ਰੋਗਰਾਮ ਨੇ ਉਹ ਐਡਵਾਂਸਮੈਂਟ ਹੋ ਚੁੱਕੀ ਹੈ ਕਿ ਮਦਰ ਮਾਰਟੈਲਿਟੀ ਰੇਟ ਜਿਹੜੀ ਹੈਗੀ ਹੈ ਬੇਟਾ ਹੁਣ ਉਹ ਡਿਕਰੀਜ਼ ਹੋ ਚੁੱਕੀ ਹੈ। ਸੋ ਉਸ ਦੇ ਨਾਲ ਬੇਟਾ ਕੀ ਹੋਏਗਾ, ਪਾਪੂਲੇਸ਼ਨ ਜਿਹੜੀ ਹੈਗੀ ਉਹ ਕੀ ਹੋਏਗੀ, ਇਨਕਰੀਜ਼। ਕਹਿਣ ਦਾ ਮਤਲਬ ਇਹਨਾਂ ਦੇ ਵਿੱਚੋਂ ਇੱਕ ਫੈਕਟਰ ਜਿਹੜਾ ਹੈਗਾ ਪਾਪੂਲੇਸ਼ਨ ਨੂੰ ਡਿਕਰੀਜ਼ ਕਰਨ ਦੇ ਲਈ ਯੂਜ਼ਫੁਲ ਹੈ ਅਤੇ ਦੂਸਰਾ ਪਾਪੂਲੇਸ਼ਨ ਨੂੰ ਇਨਕਰੀਜ਼ ਕਰ ਰਿਹਾ ਹੈ। ਤਾਂ ਇਹੋ ਜਿਹੇ ਕੇਸ ਦੇ ਵਿੱਚ ਬੇਟਾ ਜਿਹੜਾ ਹੈਗਾ ਸਾਡੇ ਕੋਲ ਕੀ ਹੋਏਗਾ, ਦੇਅਰ ਵਿਲ ਬੀ ਨੋ ਸਿਗਨੀਫਿਕੈਂਟ ਚੇਂਜ ਇਨ ਦਾ ਪਾਪੂਲੇਸ਼ਨ। ਕਿਉਂਕਿ ਬੇਟਾ ਕੀ ਹੈ, increased MIR and decreased MMR in a population will not cause any significant change। ਉਹਦਾ ਰੀਜ਼ਨ ਇਹ ਹੈ ਕਿ ਜੇ ਆਪਣੇ ਕੋਲ ਇਨਫੈਂਟ ਮਾਰਟੈਲਿਟੀ ਰੇਟ ਵੱਧ ਜਾਂਦਾ ਹੈ ਅਤੇ ਮਦਰ ਮਾਰਟੈਲਿਟੀ ਰੇਟ ਜਿਹੜਾ ਹੈਗਾ ਉਹ ਵੱਧ ਜਾਂਦਾ ਹੈ ਤਾਂ ਇਹ ਦੋਨੋਂ ਪਾਪੂਲੇਸ਼ਨ ਨੂੰ ਡਿਕਰੀਜ਼ ਕਰਦੇ ਹੈ।
ਇਨਫੈਂਟ ਮਾਰਟੈਲਿਟੀ ਰੇਟ ਦਾ ਵਧਣਾ ਅਤੇ ਮਦਰ ਮਾਰਟੈਲਿਟੀ ਰੇਟ ਦਾ ਵਧਣਾ, ਦੋਨੋਂ ਪਾਪੂਲੇਸ਼ਨ ਨੂੰ ਡਿਕਰੀਜ਼ ਕਰਦੇ ਹੈ। ਬਟ ਇੱਥੇ ਕੀ ਹੋ ਗਿਆ, ਇਸ ਨੇ ਇਨਫੈਂਟ ਮਾਰਟੈਲਿਟੀ ਰੇਟ ਦੀ ਤਾਂ ਗੱਲ ਕੀਤੀ ਹੈ ਕੁਐਸਚਨ ਦੇ ਵਿੱਚ ਕਿ ਇਹ ਤਾਂ ਇਨਕਰੀਜ਼ ਹੋ ਗਿਆ, ਬਟ ਮਦਰ ਮਾਰਟੈਲਿਟੀ ਰੇਟ ਜਿਹੜਾ ਹੈਗਾ ਉਹ ਕੀ ਹੋ ਗਿਆ, ਡਿਕਰੀਜ਼ ਹੋ ਗਿਆ। ਦੈਟਸ ਵਾਈ ਬੇਟਾ ਜਿਹੜਾ ਪਾਪੂਲੇਸ਼ਨ ਦੇ ਉੱਤੇ ਜਿਹੜਾ ਹੈਗਾ ਕੋਈ ਜ਼ਿਆਦਾ ਸਿਗਨੀਫਿਕੈਂਟ ਇਫੈਕਟ ਨਹੀਂ ਪਏਗਾ। ਸੋ ਇਸ ਦਾ ਬੇਟਾ ਜਿਹੜਾ ਕਰੈਕਟ ਆਨਸਰ ਹੈ ਦਿਸ ਇਜ਼ ਆਪਸ਼ਨ ਸੀ, ਦਿਸ ਵਿਲ ਨਾਟ ਕਾਜ਼ ਅ ਸਿਗਨੀਫਿਕੈਂਟ ਚੇਂਜ ਇਨ ਦਾ ਗਰੋਥ ਰੇਟ। ਆਈ ਹੋਪ ਕਿ ਤੁਸੀਂ ਇਹ ਕੁਐਸਚਨ ਨੂੰ ਸਮਝ ਗਏ ਹੋਵੋਗੇ। ਬਟ ਬੇਟਾ ਕਈ ਤੁਹਾਡੇ ਜਿਹੜੇ ਹੈਗੇ ਨੇ ਬੇਟਾ ਜਿੱਥੋਂ ਤੁਸੀਂ ਪੜ੍ਹਦੇ ਹੋ ਲਾਈਕ ਜਿਹੜਾ ਇਹ ਬੱਚੇ ਬਹੁਤ ਇਸ ਨੂੰ ਫੋਲੋ ਕਰਦੇ ਇਸ ਪਲੇਟਫਾਰਮ ਨੂੰ, ਇਸ ਪਲੇਟਫਾਰਮ ਦੇ ਉੱਤੇ ਵੀ ਇਸ ਦਾ ਆਨਸਰ ਆਪਸ਼ਨ ਬੀ ਦਿੱਤਾ ਹੋਇਆ ਹੈ, ਦੈਟਸ ਇਟ ਵਿਲ ਰਿਜ਼ਲਟ ਇਨ ਡਿਕਲਾਈਨ ਇਨ ਦਾ ਗਰੋਥ ਰੇਟ। ਬਟ ਬੇਟਾ ਦਿਸ ਇਜ਼ ਨਾਟ ਪੋਸੀਬਲ, ਕਿਉਂਕਿ ਇੱਥੇ ਜਿਹੜੇ ਦੋਨੋਂ ਫੈਕਟਰਸ ਹੈਗੇ ਹੈ, ਦੋਨੋਂ ਫੈਕਟਰਸ ਕਿਹੜੇ ਹੈ ਬੇਟਾ, IMR ਐਂਡ MMR। ਜੇ ਦੋਨੋਂ ਫੈਕਟਰਸ ਇਨਕਰੀਜ਼ ਹੋ ਜਾਂਦੇ ਹੈ, ਕਹਿੰਦਾ ਮਤਲਬ ਦੋਨੋਂ ਫੈਕਟਰ ਵੱਧਦੇ ਹੈ, ਇਨਫੈਂਟ ਮਾਰਟੈਲਿਟੀ ਰੇਟ ਅਤੇ ਮਦਰ ਮਾਰਟੈਲਿਟੀ ਰੇਟ ਦੋਨੋਂ ਫੈਕਟਰਸ ਵੱਧਦੇ ਆ ਤਾਂ ਪਾਪੂਲੇਸ਼ਨ ਡਿਕਰੀਜ਼ ਹੋ ਜਾਂਦੀ ਹੈ। ਬਟ ਜਿਹੜਾ ਸਾਡਾ ਕੁਐਸਚਨ ਹੈ ਉਹ ਕੁਐਸਚਨ ਸਾਨੂੰ ਇਹ ਕਹਿ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ ਜਿਹੜਾ ਇਨਫੈਂਟ ਮਾਰਟੈਲਿਟੀ ਰੇਟ ਹੈ ਉਹ ਤਾਂ ਵੱਧ ਗਿਆ, ਬਟ ਮਦਰ ਮਾਰਟੈਲਿਟੀ ਰੇਟ ਜਿਹੜਾ ਹੈਗਾ ਉਹ ਘਟ ਗਿਆ। ਇਹਦਾ ਮਤਲਬ ਬੇਟਾ ਕਿ ਇੱਕ ਫੈਕਟਰ ਇਨਕਰੀਜ਼ ਦੇ ਲਈ ਕੰਮ ਕਰ ਰਿਹਾ ਅਤੇ ਦੂਸਰਾ ਜਿਹੜਾ ਡਿਕਰੀਜ਼ ਦੇ ਲਈ। ਸੋ ਓਵਰਆਲ ਜਿਹੜਾ ਹੈਗਾ ਪਾਪੂਲੇਸ਼ਨ ਦੇ ਉੱਤੇ ਕੋਈ ਵੀ ਇਫੈਕਟ ਨਹੀਂ ਪਏਗਾ। ਸੋ ਕਰੈਕਟ ਆਨਸਰ ਵਿਲ ਬੀ ਆਪਸ਼ਨ ਸੀ, this will not cause any significant change in population. And now coming to question third. Intensely lactating mothers do not generally conceive due to, ਜਿਹੜੀਆਂ mothers lactating mothers ਨੇ ਉਹ generally conceive ਨਹੀਂ ਕਰਦੀਆਂ, ਉਹਦਾ ਰੀਜ਼ਨ ਕੀ ਹੈ? ਮਤਲਬ ਕਿ ਬੱਚੇ ਦੇ ਬਰਥ ਹੋਣ ਤੋਂ ਬਾਅਦ ਦੇ ਵਿੱਚ ਜਿੰਨਾ ਟਾਈਮ ਤੱਕ ਲੈਕਟੇਸ਼ਨ ਹੁੰਦੀ ਹੈ, ਮਿਲਕ ਫੀਡ ਕਰਵਾਉਂਦੇ ਆ, ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾ ਰੀਜ਼ਨ ਹੈ ਸੁਪਰੈਸ਼ਨ ਆਫ ਗਨੈਡੋਟ੍ਰੋਫਿਨ, ਹਾਈਪਰ ਸਕਰੀਸ਼ਨ ਆਫ ਗਨੈਡੋਟ੍ਰੋਫਿਨ ਇਹਨਾਂ ਦਾ ਜ਼ਿਆਦਾ ਸਕਰੀਟ ਹੋਣਾ, ਗੈਮੀਟਿਕ ਟ੍ਰਾਂਸਫਰ ਦਾ ਸੁਪਰੈਸ਼ਨ ਹੋ ਜਾਣਾ, ਜਾਂ ਫਰਟੀਲਾਈਜੇਸ਼ਨ ਦਾ ਸੁਪਰੈਸ਼ਨ ਹੋ ਜਾਣਾ, ਫਰਟੀਲਾਈਜੇਸ਼ਨ ਨਾ ਹੋਣਾ। ਸੋ ਇਹਨਾਂ ਚਾਰਾਂ ਚੋਂ ਬੇਟਾ ਕਰੈਕਟ ਆਨਸਰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰੋ ਐਂਡ ਯੂਅਰ ਟਾਈਮ ਫॉर ਦਿਸ ਕੁਐਸਚਨ ਸਟਾਰਟਸ ਨਾਓ। ਬੇਟਾ ਇਸ ਕੁਐਸਚਨ ਦੇ ਆਨਸਰ ਨੂੰ ਸਮਝਣ ਦੇ ਲਈ ਅਸੀਂ ਇੱਕ ਟੌਪਿਕ ਵੱਲ ਜਾਂਦੇ ਹਾਂ। ਇਸ ਚੈਪਟਰ ਦੇ ਵਿੱਚ ਅਸੀਂ ਇੱਕ ਟੌਪਿਕ ਪੜ੍ਹਿਆ ਸੀ ਬਰਥ ਕੰਟਰੋਲ। ਬੇਟਾ ਬਹੁਤ ਸਾਰੇ ਬਰਥ ਕੰਟਰੋਲ ਮੈਥਡ ਸੀ, ਉਹਨਾਂ ਬਰਥ ਕੰਟਰੋਲ ਮੈਥਡਸ ਦੇ ਵਿੱਚੋਂ ਸਭ ਤੋਂ ਪਹਿਲਾਂ ਤੁਸੀਂ ਪੜ੍ਹੇ ਸੀ ਨੈਚੁਰਲ ਔਰ ਟ੍ਰੈਡੀਸ਼ਨਲ ਮੈਥਡਸ ਆਫ ਬਰਥ ਕੰਟਰੋਲ। ਇਹ ਜਿਹੜੇ ਮੈਥਡ ਸੀ ਬੇਟਾ ਇਹ ਓਵਮ ਅਤੇ ਸਪਰਮ ਦੀ ਮੀਟਿੰਗ ਨੂੰ ਰੋਕਦੇ ਸੀ। ਇਹਦੇ ਵਿੱਚ ਬੇਟਾ 3 ਤਰ੍ਹਾਂ ਦੇ ਮੈਥਡ ਸੀ ਇਹ, ਪੀਰੀਓਡਿਕ, ਐਬਸੈਂਟੈਂਸ, ਕੋਇਟਸ ਇੰਟਰਪਸ਼ਨ ਐਂਡ ਲੈਕਟੇਸ਼ਨਲ ਐਨੂਰੀਆ। ਬੇਟਾ ਇਹ ਐਮਨੂਰੀਆ ਬੇਟਾ ਇਹਦੇ ਵਿੱਚੋਂ ਮੈਂ ਤੁਹਾਡਾ ਜਿਹੜਾ ਹੈਗਾ 3rd 'ਤੇ ਹੀ ਕੰਸਨਟਰੇਟ ਕਰਾਂਗਾ। ਇਸ ਦੇ ਵਿੱਚ ਬੇਟਾ ਕੀ ਹੁੰਦਾ ਹੈ ਕਿ ਜਦੋਂ ਤੱਕ ਜਿਹੜੀ ਹੈਗੀ ਹੈ ਕੋਈ ਮਦਰ ਲੈਕਟੇਸ਼ਨ ਪੀਰੀਅਡ ਦੇ ਵਿੱਚ ਹੈਗੀ ਹੈ, ਲੈਕਟੇਟਿੰਗ ਮਦਰ ਹੈ ਪਾਰਚੂਰੇਸ਼ਨ ਤੋਂ ਬਾਅਦ, ਤਾਂ ਉਦੋਂ ਬੇਟਾ ਜਿਹੜਾ ਮੈਂਸਟਰੂਅਲ ਸਾਈਕਲ ਜਾਂ ਓਵੂਲੇਸ਼ਨ ਪ੍ਰੋਡਿਊਸ ਨਹੀਂ ਹੁੰਦਾ। ਉਹਦਾ ਰੀਜ਼ਨ ਕੀ ਹੈ? ਕਿਉਂਕਿ ਜਿਹੜਾ ਹੈਗਾ ਬੇਟਾ ਫੁੱਲੀ ਬ੍ਰੈਸਟ ਫੀਡਿੰਗ ਇਨਕਰੀਜ਼ਸ ਲੈਕਟੇਸ਼ਨ, ਜਿੰਨੀ ਬ੍ਰੈਸਟ ਫੀਡਿੰਗ ਹੁੰਦੀ ਹੈ ਲੈਕਟੇਸ਼ਨ ਵੱਧ ਜਾਂਦੀ ਹੈ। ਹੁਣ ਲੈਕਟੇਸ਼ਨ ਦੇ ਨਾਲ ਕੀ ਹੁੰਦਾ ਬੇਟਾ, ਇਸ ਦੇ ਨਾਲ ਬੇਟਾ ਜਿਹੜਾ ਗੋਨੈਡੋਟ੍ਰੋਫਿਨ ਰਿਲੀਜ਼ਿੰਗ ਹਾਰਮੋਨ ਹੈ ਜਾਂ ਫੋਲੀਕੂਲਰ ਸਟੀਮੂਲੇਟਿੰਗ ਹਾਰਮੋਨ ਹੈ, ਇਹਨਾਂ ਦੀ ਪ੍ਰੋਡਕਸ਼ਨ ਘਟ ਜਾਂਦੀ ਹੈ ਲੈਕਟੇਸ਼ਨ ਦੇ ਨਾਲ। ਗੋਨੈਡੋਟ੍ਰੋਫਿਨ ਰਿਲੀਜ਼ਿੰਗ ਹਾਰਮੋਨ ਨੇ ਜਾਂ ਫੋਲੀਕੂਲਰ ਸਟੀਮੂਲੇਟਿੰਗ ਹਾਰਮੋਨ ਨੇ ਹੀ ਫੋਲੀਕਲਸ ਨੂੰ ਜਾ ਕੇ ਟ੍ਰਿਗਰ ਕਰਨਾ ਹੈਗਾ ਓਵੂਲੇਸ਼ਨ ਦੇ ਲਈ। ਜਦੋਂ ਤੱਕ ਇਹ ਹਾਰਮੋਨਸ ਹੀ ਨਹੀਂ ਹੋਣਗੇ ਤਾਂ ਬੇਟਾ ਇਹ ਫੋਲੀਕਲਸ ਤੱਕ ਨਹੀਂ ਜਾਣਗੇ ਅਤੇ ਓਵੂਲੇਸ਼ਨ ਪ੍ਰੋਡਿਊਸ ਨਹੀਂ ਹੋਏਗੀ। ਜਦੋਂ ਓਵੂਲੇਸ਼ਨ ਨਹੀਂ ਹੋਏਗੀ ਬੇਟਾ ਤਾਂ ਫਿਰ ਇਹਦਾ ਮਤਲਬ ਜਿਹੜਾ ਹੈਗਾ ਉਹ ਕਨਸੀਵ ਹੋਣ ਦੇ ਚਾਂਸਿਸ ਵੀ ਨਹੀਂ ਹੋਣਗੇ। ਸੋ ਓਵਰਆਲ ਅਸੀਂ ਬੇਟਾ ਇਹ ਕਹਿ ਦਿੰਦੇ ਹਾਂ ਕਿ ਜਿਹੜੀ ਬ੍ਰੈਸਟ ਫੀਡਿੰਗ ਹੈ ਉਸ ਦੇ ਨਾਲ ਜਿਹੜਾ ਹੈਗਾ ਉਹ ਇੱਕ ਨੈਚੁਰਲ ਮੈਥਡ ਹੈਗਾ ਜਿਸ ਦੇ ਨਾਲ ਜਿਹੜਾ ਹੈਗਾ ਕੰਸੈਪਸ਼ਨ ਨੂੰ ਰੋਕਿਆ ਜਾ ਸਕਦਾ ਹੈ। ਸੋ ਆਪਣੇ ਕੋਲ ਜੇ ਇਸ ਕੁਐਸਚਨ ਦੇ ਆਪਾਂ ਆਪਸ਼ਨਸ ਵੱਲ ਜਾਈਏ, ਸਭ ਤੋਂ ਪਹਿਲੀ ਆਪਸ਼ਨ ਸੀ ਸੁਪਰੈਸ਼ਨ ਆਫ ਗਨੈਡੋਟ੍ਰੋਫਿਨਸ। ਗਨੈਡੋਟ੍ਰੋਫਿਨਸ ਦਾ ਘਟ ਜਾਣਾ ਬੇਟਾ ਬਿਲਕੁਲ ਇਹੀ ਅਸੀਂ ਡਿਸਕਸ ਕੀਤਾ ਹੈ ਕਿ ਇੰਟੈਂਸਿਵਲੀ ਲੈਕਟੇਟਿੰਗ ਮਦਰਸ ਦੇ ਵਿੱਚ ਗਨੈਡੋਟ੍ਰੋਫਿਨ ਰਿਲੀਜ਼ ਹੋ ਜਾਂਦਾ ਦਾ ਰਿਲੀਜ਼ ਘਟ ਜਾਂਦਾ ਹੈ, ਫੋਲੀਕੂਲਰ ਸਟੀਮੂਲੇਟਿੰਗ ਹਾਰਮੋਨ ਦਾ ਰਿਲੀਜ਼ ਵੀ ਘਟ ਜਾਂਦਾ ਹੈ। ਬਿਕੋਜ਼ ਆਫ ਦੈਟ ਰੀਜ਼ਨ ਬੇਟਾ ਜਿਹੜਾ ਓਵਮ ਪ੍ਰੋਡਿਊਸ ਨਹੀਂ ਹੁੰਦਾ। ਸੋ ਓਵਮ ਪ੍ਰੋਡਿਊਸ ਨਹੀਂ ਹੁੰਦਾ ਤਾਂ ਕਨਸੀਵ ਵੀ ਜਾਂ ਕੰਸੈਪਸ਼ਨ ਵੀ ਨਹੀਂ ਹੋ ਸਕਦੀ। ਦੈਨ ਨੈਕਸਟ ਕੁਐਸਚਨ 4 ਇਜ਼ sterilization techniques are generally foolproof methods of conception with the least side effects। ਦੇਖੋ ਬਹੁਤ ਸਾਰੇ ਆਪਾਂ ਬਰਥ ਕੰਟਰੋਲ ਮੈਥਡਸ ਪੜ੍ਹੇ ਹੈ ਜਿਹਦੇ ਵਿੱਚ ਨੈਚੁਰਲ ਮੈਥਡਸ ਹੈਗੇ ਹੈ, ਬੈਰੀਅਰ ਪ੍ਰੋਟੈਕਸ਼ਨ ਹੈਗੀ ਹੈ, ਬਟ ਨਾਲ ਨਾਲ ਅਸੀਂ ਬੇਟਾ ਕੁਛ ਕੁ ਸਰਜੀਕਲ ਮੈਥਡਸ ਵੀ ਪੜ੍ਹੇ ਹੈ
ਜਿਹਦੇ ਵਿੱਚ ਆਪਣੇ ਕੋਲੇ 2 ਸੀ, ਬਸੈਕਟੋਮੀ ਐਂਡ ਟਬੈਕਟੋਮੀ ਅਸੀਂ ਪੜ੍ਹਿਆ। ਸੋ ਬੇਟਾ ਫਿਰ ਵੀ ਇਹ ਕਪਲਸ ਦੇ ਲਈ ਲਾਸਟ ਆਪਸ਼ਨ ਦੇ ਤੌਰ ਤੇ ਇਸ ਨੂੰ ਲਿਆ ਜਾਂਦਾ। ਉਹਦਾ ਰੀਜ਼ਨ ਪੁੱਛ ਰਿਹਾ ਕਿ ਵਾਈ ਦਿਸ ਇਜ਼ ਦਾ ਲਾਸਟ ਆਪਸ਼ਨ, ਜਦੋਂ ਕਿ ਇਹ ਪੂਰੀ ਤਰ੍ਹਾਂ ਫੁੱਲ ਪ੍ਰੂਫ ਮੈਥਡ ਹੈ। ਤਾਂ ਇਸ ਦੇ ਬੇਟਾ ਕੀ ਰੀਜ਼ਨਸ ਹੋ ਸਕਦੇ ਹੈ? ਇਟ ਇਜ਼ ਆਲਮੋਸਟ ਇਰਰਿਵਰਸੀਬਲ। ਦੂਸਰਾ ਇਹ ਹੈ ਕਿ ਇਹ ਇੱਕ ਮਿਸਕਨਸੈਪਸ਼ਨ ਬਣੀ ਹੋਈ ਹੈ ਕਿ ਇਟ ਵਿਲ ਰਿਡਿਊਸ ਦਾ ਸੈਕਸ਼ੂਅਲ ਅਰਜ ਔਰ ਡਰਾਈਵ। ਦੈਨ ਇਹ ਸਰਜੀਕਲ ਪ੍ਰੋਸੀਜਰ ਹੈ। ਚੌਥਾ ਇਹ ਹੈ ਕਿ ਸਫੀਸ਼ੀਐਂਟ ਫੈਸਿਲਿਟੀਜ਼ ਵੀ ਸਾਡੀ ਕੰਟਰੀ ਦੇ ਵਿੱਚ ਅਵੇਲੇਬਲ ਨਹੀਂ ਹੈਗੀਆਂ। ਸੋ ਬੇਟਾ ਤੁਸੀਂ ਇਹਨਾਂ ਕੁਐਸਚਨਸ ਦੀਆਂ ਚਾਰੋਂ ਆਪਸ਼ਨਸ ਦੇ ਬਾਰੇ ਸੋਚੋ ਅਤੇ ਦੇਖੋ ਕਿ ਕੀ ਇਹਦੇ 'ਚੋਂ 1 and 3 ਸਹੀ ਹੈ, 2 and 3 ਸਹੀ ਹੈ, 2 and 4 ਸਹੀ ਹੈ, ਜਾਂ ਸਾਰੀਆਂ ਹੀ ਆਪਸ਼ਨ ਸਹੀ ਨੇ। ਸੋ ਤੁਹਾਡਾ ਬੇਟਾ ਜਿਹੜਾ ਟਾਈਮ ਹੁਣ ਸਟਾਰਟ ਹੁੰਦਾ ਹੈ, ਯੂ ਆਰ ਹੈਵਿੰਗ 10 seconds। ਸੋ ਬੇਟਾ ਆਪਾਂ ਚਾਰੋਂ ਆਪਸ਼ਨਸ ਬਾਰੇ ਸੋਚਦੇ ਹਾਂ। ਸਭ ਤੋਂ ਪਹਿਲਾਂ ਇਹ ਹੈ ਕਿ ਇਟ ਇਜ਼ ਆਲਮੋਸਟ ਇਰਰਿਵਰਸੀਬਲ। ਯੈਸ, ਇਹ ਇੱਕ ਰੀਜ਼ਨ ਹੋ ਸਕਦਾ ਹੈ ਜਿਹਦੇ ਕਰਕੇ ਅਸੀਂ ਇਸ ਨੂੰ ਲਾਸਟ ਆਪਸ਼ਨ ਦੇ ਤੌਰ ਤੇ ਸੋਚ ਸਕਦੇ ਹਾਂ, ਕਿਉਂਕਿ ਇਹ ਇਰਰਿਵਰਸੀਬਲ ਹੈ। ਸਮਟਾਈਮਸ ਬੇਟਾ ਇਹ ਵੀ ਹੋ ਜਾਂਦਾ ਹੈ ਕਿ ਜੇ ਅਸੀਂ ਕੋਈ ਟੈਂਪਰੇਰੀ ਮੈਥਡ ਅਡੋਪਟ ਕਰਦਾ ਕੋਈ ਵੀ ਕਪਲ ਐਂਡ ਆਫਟਰ ਦੈਟ ਉਹ ਕੰਸੀਵ ਕਰਨਾ ਚਾਹੁੰਦੇ ਆ, ਬੇਟਾ ਕੰਸੈਪਸ਼ਨ ਚਾਹੁੰਦੇ ਆ, ਤਾਂ ਉਸ ਦੇ ਲਈ ਫਿਰ ਜੇ ਉਹਨਾਂ ਨੇ ਇਹ ਆਪਸ਼ਨ ਲਈ ਹੋਈ ਹੈ ਤਾਂ ਇਹ ਆਪਸ਼ਨ ਇਰਰਿਵਰਸੀਬਲ ਹੈਗੀ ਹੈ, ਤਾਂ ਬੇਟਾ ਦੁਬਾਰਾ ਫਿਰ ਕਦੇ ਵੀ ਕੰਸੈਪਸ਼ਨ ਦੇ ਨੈਚੁਰਲ ਵੇ ਦੇ ਨਾਲ ਚਾਂਸਸ ਨਹੀਂ ਹੋਣਗੇ। ਦੂਸਰਾ ਇਹ ਮਿਸਕਨਸੈਪਸ਼ਨ ਬਣੀ ਹੋਈ ਹੈ ਕਿ ਇਸ ਦੇ ਨਾਲ ਸੈਕਸ਼ੂਅਲ ਡਰਾਈਵ ਜਿਹੜੀ ਰਿਡਿਊਸ ਹੁੰਦੀ। ਯੈਸ, ਇਹ ਵੀ ਮਿਸਕਨਸੈਪਸ਼ਨ ਆਮ ਤੌਰ 'ਤੇ ਲੋਕਾਂ ਦੇ ਵਿੱਚ ਪਾਈ ਜਾਂਦੀ ਹੈ। ਦੈਨ ਦਿਸ ਇਜ਼ ਸਰਜੀਕਲ ਪ੍ਰੋਸੀਜਰ। ਬਿਲਕੁਲ ਸਹੀ ਹੈ, ਕਿਉਂਕਿ ਸਰਜਰੀ ਕਰਾਉਣ ਤੋਂ ਹਰ ਕਿਸੇ ਨੂੰ ਡਰ ਲੱਗਦਾ ਹੈ। ਸੋ ਸਰਜੀਕਲ ਪ੍ਰੋਸੀਜਰ ਹੋਣ ਕਰਕੇ ਕਈ ਵਾਰੀ ਇਹ ਲੱਗਦਾ ਕਿ ਸ਼ਾਇਦ ਇਸ ਦੇ ਕੁਝ ਕੁ ਸਾਈਡ ਇਫੈਕਟਸ ਨਾ ਹੋ ਜਾਣ, ਸਰਜਰੀ ਕਰਵਾਉਣ ਨਾਲ ਕੋਈ ਹੋਰ ਪ੍ਰੋਬਲਮ ਨਾ ਆ ਜੇ। ਸੋ ਇਸ ਕਰਕੇ ਬੇਟਾ ਇਸ ਮੈਥਡ ਨੂੰ ਘੱਟ ਯੂਜ਼ ਕੀਤਾ ਜਾਂਦਾ ਹੈ। ਦੈਨ ਫੋਰਥ ਇਜ਼ ਆਫ ਲੈਕ ਆਫ ਸਫੀਸ਼ੀਐਂਟ ਫੈਸਿਲਿਟੀਜ਼ ਇਨ ਮੈਨੀ ਪਾਰਟਸ ਆਫ ਦਾ ਕੰਟਰੀ। ਹਰ ਕਿਤੇ ਜਿਹੜਾ ਹੈਗਾ ਸਰਜਰੀ ਅਵੇਲੇਬਲ ਨਹੀਂ ਹੁੰਦੀ। ਸਰਜਰੀ ਦੇ ਲਈ ਸਾਨੂੰ ਇੱਕ ਸਪੈਸ਼ਲਾਈਜ਼ਡ ਹਸਪੀਟਲ ਦੇ ਵਿੱਚ ਵਿਜ਼ਿਟ ਕਰਨਾ ਪਏਗਾ ਜਿੱਥੇ ਸਰਜਰੀ ਹੋ ਸਕਦੀ ਹੈ। ਇਹੋ ਜਿਹੀਆਂ ਫੈਸਿਲਿਟੀਜ਼ ਕੰਟਰੀ ਦੇ ਹਰ ਇੱਕ ਕਾਰਨਰ ਦੇ ਵਿੱਚ ਅਵੇਲੇਬਲ ਨਹੀਂ ਹੈਗੀਆਂ। ਸੋ ਬੇਟਾ ਇਹਦਾ ਮਤਲਬ ਇਸ ਕੁਐਸਚਨ ਦਾ ਆਨਸਰ ਜਿਹੜਾ ਹੈਗਾ ਉਸ ਦੇ ਵਿੱਚ ਚਾਰੋਂ ਆਪਸ਼ਨਸ ਹੀ ਸਹੀ ਹੋਣੀਆਂ ਚਾਹੀਦੀਆਂ ਨੇ ਐਂਡ ਕਰੈਕਟ ਆਨਸਰ ਮਸਟ ਬੀ ਆਪਸ਼ਨ ਡੀ। ਸੋ ਬੇਟਾ ਯੈਸ, ਦ ਕਰੈਕਟ ਆਨਸਰ ਇਜ਼ ਆਪਸ਼ਨ ਡੀ। ਬਟ ਅਗੇਨ ਬੇਟਾ ਕੁਛ ਕੁ ਬੁੱਕਸ ਦੇ ਵਿੱਚ ਆਨਸਰ ਇਸ ਦਾ ਅਲੱਗ ਤੋਂ ਲਿਖਿਆ ਹੋਇਆ ਹੈ। ਜਿਵੇਂ ਇੱਕ ਬੁੱਕ ਦਾ ਮੈਂ ਸਕਰੀਨਸ਼ਾਟ ਸ਼ੇਅਰ ਕੀਤਾ ਹੈ, ਇਸ ਦੇ ਵਿੱਚ ਬੇਟਾ ਇਸ ਦਾ ਆਨਸਰ ਏ ਲਿਖਿਆ ਹੋਇਆ ਹੈ। ਅਕੋਰਡਿੰਗ ਟੂ ਆਨਸਰ ਏ ਬੋਥ 1 and 3 ਆਰ ਕਰੈਕਟ। ਬਟ ਬੇਟਾ ਅਸੀਂ ਆਪਸ਼ਨ 2 ਅਤੇ 4 ਇਸ ਨੂੰ ਵੀ ਇਗਨੋਰ ਨਹੀਂ ਕਰ ਸਕਦੇ, ਇਹ ਬਿਲਕੁਲ ਸਹੀ ਬਣਦੀਆਂ ਨੇ। ਸੋ ਇਹਦਾ ਮਤਲਬ ਇਸ ਦਾ ਆਨਸਰ ਏ ਨਹੀਂ ਹੋਣਾ ਚਾਹੀਦਾ। ਕਰੈਕਟ ਆਨਸਰ ਮਸਟ ਬੀ ਆਪਸ਼ਨ ਡੀ। ਦੈਨ ਨੈਕਸਟ ਕੁਐਸਚਨ ਇਜ਼ a national level approach to build up a reproductively healthy society was taken up in our country in 1950s, 1960s, 1980s, 1990s। ਸੋ ਬੇਟਾ ਜਿਹੜਾ ਇੱਕ ਨੈਸ਼ਨਲ ਲੈਵਲ ਅਪਰੋਚ ਹੈਗਾ ਜਿਸ ਦੇ ਵਿੱਚ ਇਹ ਹੈ ਕਿ ਅਸੀਂ ਰੀਪਰੋਡਕਟਿਵ ਹੈਲਦੀ ਸੁਸਾਇਟੀ ਨੂੰ ਬਿਲਡਅਪ ਕਰਨਾ ਹੈ, ਇਹ ਪ੍ਰੋਗਰਾਮ ਕਦੋਂ ਬੇਟਾ ਸਟਾਰਟ ਕੀਤੇ ਗਏ? ਤੁਸੀਂ ਸਟੇਟਮੈਂਟ ਨੂੰ ਧਿਆਨ ਨਾਲ ਪੜ੍ਹੋ ਅਤੇ ਇਸ ਦਾ ਆਨਸਰ ਬੇਟਾ ਦੱਸੋ। ਐਂਡ ਯੂਅਰ ਟਾਈਮ ਫॉर ਦਿਸ ਕੁਐਸਚਨ ਸਟਾਰਟਸ ਨਾਓ। ਸੋ ਬੇਟਾ ਇੰਡੀਆ ਅਸਲ ਦੇ ਵਿੱਚ ਉਹਨਾਂ ਪਹਿਲੀਆਂ ਕੰਟਰੀਜ਼ ਦੇ ਵਿੱਚੋਂ ਹੈ ਜਿਨ੍ਹਾਂ ਨੇ ਨੈਸ਼ਨਲ ਲੈਵਲ ਦੇ ਪ੍ਰੋਗਰਾਮਸ ਸਟਾਰਟ ਕੀਤੇ ਟੂ ਅਟੇਨ ਟੋਟਲ ਰੀਪਰੋਡਕਟਿਵ ਹੈਲਥ ਐਜ਼ ਅ ਸੋਸ਼ਲ ਗੋਲ। ਸੋ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਬੇਟਾ ਇੱਕ ਪ੍ਰੋਗਰਾਮ ਸਟਾਰਟ ਕੀਤਾ ਗਿਆ ਦੈਟ ਇਜ਼ ਕਾਲਡ ਫੈਮਿਲੀ ਪਲੈਨਿੰਗ। ਸੋ ਫੈਮਿਲੀ ਪਲੈਨਿੰਗ ਜਿਹੜੀ ਹੈਗੀ ਆ ਉਹ ਰੀਪਰੋਡਕਟਿਵਲੀ ਹੈਲਦੀ ਸੁਸਾਇਟੀ ਵੱਲ ਜਾਣ ਦਾ ਪਹਿਲਾ ਕਦਮ ਸੀ ਬੇਟਾ, ਅਤੇ ਉਹ ਬੇਟਾ ਸਟਾਰਟ ਕੀਤਾ ਗਿਆ ਸੀ 1951 ਦੇ ਵਿੱਚ। ਸੋ ਇਹ ਫੈਮਿਲੀ ਪਲੈਨਿੰਗ ਪ੍ਰੋਗਰਾਮ ਹੈ। ਦੈਨ ਬੇਟਾ ਹੋਰ ਜਿਹੜੇ ਰੀਪਰੋਡਕਟਿਵ ਰਿਲੇਟਡ ਏਰੀਆਜ਼ ਦੇ ਵਿੱਚ ਸਾਡੇ ਕੋਲੇ RCH ਪ੍ਰੋਗਰਾਮ ਚੱਲ ਰਹੇ ਹੈ, ਰੀਪਰੋਡਕਟਿਵ ਐਂਡ ਚਾਈਲਡ ਹੈਲਥ ਕੇਅਰ ਪ੍ਰੋਗਰਾਮਸ ਚੱਲ ਰਹੇ ਹੈ। ਬਟ ਕਿਉਂਕਿ ਇੱਥੇ ਸਭ ਤੋਂ ਪਹਿਲੇ ਪ੍ਰੋਗਰਾਮ ਦੀ ਗੱਲ ਕੀਤੀ ਗਈ ਹੈ, ਸੋ ਸਭ ਤੋਂ ਪਹਿਲਾ ਪ੍ਰੋਗਰਾਮ ਸਾਡਾ 1951 ਦੇ ਵਿੱਚ ਆ ਗਿਆ ਸੀ। ਇਹਦਾ ਮਤਲਬ ਕਰੈਕਟ ਆਨਸਰ ਆਫ ਦਿਸ ਕੁਐਸਚਨ ਇਜ਼ ਆਪਸ਼ਨ ਏ 1950s। ਸੋ ਬੇਟਾ ਇਹ ਸੀਗੇ ਉਹ 5 ਕੁਐਸਚਨ ਜਿਹੜੇ ਮੈਂ ਇਸ ਚੈਪਟਰ ਦੇ ਤੁਹਾਡੇ ਨਾਲ ਸ਼ੇਅਰ ਕੀਤੇ ਹੈ, ਡਿਸਕਸ ਕੀਤੇ ਹੈ। ਆਈ ਹੋਪ ਕਿ ਇਹਨਾਂ ਕੁਐਸਚਨਸ ਨੂੰ ਪੜ੍ਹਦੇ ਬੇਟਾ ਬਹੁਤ ਕੁਝ ਤੁਸੀਂ ਰਿਵਾਈਜ਼ ਕੀਤਾ ਹੋਏਗਾ। ਸੋ ਬੇਟਾ ਮਿਲਦੇ ਹਾਂ ਬਹੁਤ ਜਲਦ ਕੁਝ ਹੋਰ ਕੁਐਸਚਨਸ ਲੈ ਕੇ। ਥੈਂਕ ਯੂ ਬੇਟਾ, ਥੈਂਕ ਯੂ ਵੈਰੀ ਮਚ।